ਬਿਉ ਬੀਜ ਪਤ ਲੈ ਗੇ, ਅਬ ਕਿਉ ਉਗਵੈ ਦਾਲ। ਕੀ ਫਰਮਾਨ ਹੈ ਗੁਰਬਾਣੀ ਦਾ। ਜਿਨ੍ਹਾਂ ਨੇ ਬੀਜ ਬੀਜਿਆ ਸੀ ਉਹ ਇੱਜ਼ਤ ਨਾਲ ਚਲੇ ਗਏ, ਤੇ ਜਿਨ੍ਹਾਂ ਨੇ ਦਾਲ ਬੀਜੀ ਸੀ, ਦਾਲ ਮਤਲਬ ਦਰੜਿਆ, ਦੋ ਬੀਜ ਹੁੰਦਾ ਇੱਕ, ਦਾਲ ਹੁੰਦਾ ਜਦੋਂ ਦਰੜਦੇ ਦੋ ਬਣ ਜਾਂਦੇ, ਉਹ ਦਾਲ ਕਹਿੰਦੇ ਆ। ਦਾਲ ਜਿਹੜੀ ਆ ਦਰੜਿਆ ਹੋਇਆ ਅੰਨ। ਬੀਜ ਕੀ ਆ? ਸੀਡ। ਜਿਹੜਾ ਦਾਲ ਕੀ ਆ? ਉਹ ਦੋ ਫਾੜ ਹੋ ਜਾਂਦੇ। ਸੀਡ ਨੂੰ ਦੋ ਫਾੜ ਕਰ ਦਈਏ ਉਦੋਂ ਦਾਲ ਬਣਦੀ। ਯਾਨੀ ਦੋ ਫਾੜਿਆ ਹੋਇਆ ਅੰਨ ਦਾਲ ਕਹਿੰਦੇ ਆ ਉਹਨੂੰ। ਜਿਹਦਾ ਦਲਿਆ ਹੁੰਦਾ, ਦਲਿਆ ਹੋਇਆ ਅੰਨ ਉਹਨੂੰ ਦਾਲ ਕਹਿੰਦੇ ਆ, ਦਲੇ ਹੋਏ ਅੰਨ ਨੂੰ। ਅਤੇ ਜਿਹੜਾ ਬੀਜ ਹੁੰਦਾ ਆ ਉਹ ਸੀਡ ਹੁੰਦਾ ਆ, ਉਹ ਦਲਿਆ ਨਹੀਂ ਹੁੰਦਾ, ਉਹਨੂੰ ਤੁਸੀਂ ਦਾਲ ਨਹੀਂ ਸਕਦੇ, ਕਿਉਂਕਿ ਬੀਜ ਜਿਹੜਾ ਆ ਉਹ ਬੀਜ ਹੀ ਹੈ, ਉਹਨੂੰ ਇਹ ਅਕਾਲ ਪੁਰਖ ਦਾ ਅੰਸ਼ ਦੱਸਿਆ ਗਿਆ ਹੈ। ਬੀਜ ਅੰਸ਼ ਦੱਸਿਆ ਗਿਆ, ਪਰ ਹੈ ਉਹੀ ਹੈ ਜਿਹਨੂੰ ਅਨਾਦਿ ਕਾਲ ਤੋਂ ਆਪਾਂ ਜਿਹੜਾ ਸਾਡੀ ਰਚਨਾ ਕਰ ਰਿਹਾ। ਬਿਉ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜਿਨ੍ਹਾਂ ਨੇ ਬੀਜ ਬੀਜਿਆ ਖੇਤ ਦੇ ਵਿੱਚ, ਮਨ ਰੂਪੀ ਖੇਤ ਵਿੱਚ, ਜਿਨ੍ਹਾਂ ਨੇ ਬੀਜ ਬੀਜਿਆ ਮਨ 'ਚ ਸਿਮਰਨ ਕਰਕੇ, ਉਹ ਪਤ ਲੈ ਗਏ, ਉਹ ਸ਼ੋਭਾ ਖੱਟ ਗਏ। ਉਹ ਭਗਤ ਸੰਤ ਗੁਰੂ ਜਨ ਜਿਹੜੇ ਆ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਲੋਕ, ਉਹ ਖੱਟ ਗਏ ਨਾਮ। ਅਬ ਕਿਉਂ ਉਗਵੈ ਦਾਲ। ਪਰ ਜਟਾ ਤੇਰੀ ਦਾਲ ਜਿਹੜੀ ਆ ਉਗਣੀ ਨਹੀਂ। ਇਹ ਜਟਾ ਤੇਰੀ ਦਾਲ ਉਗਣੀ ਨਹੀਂ, ਕਿਉਂਕਿ ਤੂੰ ਦੋ ਫਾੜਿਆ ਅੰਨ ਬੀਜਤਾ। ਯਾਨੀ ਤੂੰ ਨਾ ਡਬਲ ਮਾਈਂਡਡਨੈਸ ਦੇ ਵਿੱਚ ਫਸ ਗਿਆ। ਮੈਂ ਗੁਰੂ ਸਾਹਿਬ ਦੇ ਵਿਸ਼ਵਾਸ ਕਰਾਂ ਕਿ ਨਾ ਕਰਾਂ, ਮੜੀ ਮਸਾਣ ਜਾਵਾਂ ਕਿ ਗੁਰੂ ਕੋਲ ਜਾਵਾਂ, ਇਹ ਡਬਲ ਮਾਈਂਡਡਨੈਸ ਨੇ। ਯੂ ਆਰ ਅੰਡਰ ਡਾਊਟ ਥਰੂ ਆਊਟ ਦੀ ਲਾਈਫ। ਯੂ ਆਰ ਇਨ ਅੰਡਰ ਡਾਊਟ, you are remain under doubt throughout your life, ਕਿ ਮੈਂ ਇੱਧਰ ਜਾਵਾਂ, ਗੁਰੂ 'ਤੇ ਵਿਸ਼ਵਾਸ ਕਰਾਂ ਨਾ ਕਰਾਂ, ਬਾਣੀ ਪੜ੍ਹਾਂ ਨਾ ਪੜ੍ਹਾਂ, ਅਤੇ ਪੜ੍ਹਨੀ ਆ ਪੜ੍ਹੋ, ਨਹੀਂ ਪੜ੍ਹਨੀ ਨਾ ਪੜ੍ਹੋ। ਪੰਡਿਤ ਭਾਰਤ ਭੂਸ਼ਣ ਸ਼ਰਮਾ ਜੀ ਤਲਵਾੜੇ ਵਾਲੇ ਕਹਿ ਰਹੇ ਨੇ ਕਿ ਮੈਂ ਅੰਮ੍ਰਿਤ ਛਕ ਕੇ ਵੀ ਮੈਨੂੰ ਸਿੱਖ ਜਿਹੜੇ ਆ ਭਈਆ ਸਮਝਦੇ, ਭਈਆ। ਅਤੇ ਫਿਰ ਮੈਂ ਸਿੰਘ ਲਾਉਣਾ ਹੀ ਛੱਡ ਦਿੱਤਾ। ਹੁਣ ਅਸੀਂ ਭਈਏ ਹੀ ਠੀਕ ਆ, ਤੁਸੀਂ ਬਣੋ ਸਿੰਘ। ਔਰ ਭਾਰਤ ਭੂਸ਼ਣ ਸਿੰਘ ਤੋਂ ਮੈਂ ਭਾਰਤ ਭੂਸ਼ਣ ਸ਼ਰਮਾ ਪਹਿਲੇ ਵਾਲੀ ਸਟੇਜ 'ਤੇ ਆ ਗਏ ਆਪਾਂ। ਅਤੇ ਜਿਹੜੇ ਆ ਸਿੰਘ ਲਾਉਂਦੇ ਆ, ਇਹਨਾਂ ਨੂੰ ਸਾਰਿਆਂ ਨੂੰ ਸੰਗਤ ਦੇ ਚਰਨਾਂ 'ਚ ਤਾਂ ਨਹੀਂ, ਸੰਗਤ ਨੂੰ ਬੇਨਤੀ ਆ, ਚਰਨਾਂ 'ਚ ਬੇਨਤੀ ਨਹੀਂ ਕਰਨੀ ਤੁਹਾਡੇ ਮੈਂ। ਇਹ ਸਾਰੇ ਜਿੰਨੇ ਤੁਹਾਡੇ ਹੈਗੇ ਆ ਪ੍ਰਚਾਰਕ, ਇਹਨਾਂ ਨੂੰ ਕਿਉਂ ਇਕੱਠੇ ਹੋਵੋ ਇੱਕ ਜਗ੍ਹਾ, ਠੀਕ ਹੈ। ਇਹ ਆਪਣਾ ਸੁਨਾਣ ਗੁਰਬਾਣੀ ਜੋ ਇਹਨਾਂ ਨੇ ਸੁਣਾਉਣਾ ਸ਼ਬਦ, ਉਹ ਫਿਰ ਪੰਡਿਤ ਜੀ ਸੁਣਾਉਣਗੇ 10-15 ਅੱਧਾ ਘੰਟਾ 15 ਮਿੰਟ ਜਾਂ ਅੱਧਾ ਘੰਟਾ। ਫਿਰ ਤੁਸੀਂ ਦੇਖਣਾ ਕਿ ਕਿਰਪਾ ਜਿਹੜੀ ਆ ਉਹ ਪੰਡਿਤ 'ਤੇ ਜਾਣਦੀ ਆ ਕਿ ਤੁਹਾਡੇ ਜਿਹੜੇ ਆ ਜਿਹੜੇ ਪ੍ਰਚਾਰਕ ਆ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ, ਇਹ ਇਹਨਾਂ 'ਤੇ ਜਾ ਰਹੀ ਆ। ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਲਓ ਕਿਸੇ ਦਿਨ ਰਲ ਕੇ। ਤੁਸੀਂ ਮੇਰੀ ਗੱਲ ਨਹੀਂ ਨਾ ਸੁਣਨੀ। ਤੁਸੀਂ ਜਿਹੜਾ ਅੰਮ੍ਰਿਤ ਬੰਦੇ ਨੇ ਛਕ ਲਿਆ ਉਹਨੂੰ ਵੀ ਤੁਸੀਂ ਭਈਆ ਸਮਝਦੇ ਹੋ। ਐਡਾ ਪੰਥ ਨੂੰ ਜੱਫਾ ਪਾ ਕੇ ਬੈਠੇ ਦੇ ਤੁਸੀਂ ਵੀ ਪੰਥ ਦਾ ਤੁਸੀਂ ਨਾ ਸੱਤਿਆਨਾਸ਼ ਕਰ ਦਿੱਤਾ। ਪੰਥ ਜਿਹੜਾ ਡੱਬੀ 'ਚ ਬੰਦ ਕਰਤਾ। ਜਿਹੜੀ ਗੁਰਬਾਣੀ, ਜਿਹੜੀ ਮੈਟਾਫਿਜ਼ਿਕਸ ਫਿਲੋਸਫੀ ਬੇਸਡ ਗੁਰੂ ਸਾਹਿਬ ਨੇ ਫਿਲੋਸਫੀ ਦਿੱਤੀ ਤੁਹਾਨੂੰ, ਜਿਹਦੇ 'ਚ ਤੱਤਵ ਗਿਆਨ ਹੈ, ਜਿਹਦੇ 'ਚ ਤੁਹਾਡਾ ਜਿਹੜਾ ਹੈ ਮੂਲ ਤੱਤਵ ਨੂੰ ਦੱਸਿਆ ਗਿਆ ਕਿ ਮੂਲ ਤੱਤਵ ਤੋਂ ਤੁਸੀਂ ਕਿਸ ਤਰ੍ਹਾਂ ਬਣੇ, ਉਹਨੂੰ ਤੁਸੀਂ ਡੱਬੀ 'ਚ ਬੰਦ ਕਰਤਾ। ਇਹਨੇ ਸਾਰੇ ਵਰਲਡ 'ਚ ਫੈਲਣਾ ਸੀ, ਪਰ ਤੁਸੀਂ ਫੈਲਣ ਨਹੀਂ ਨਾ ਦੇਣੀ। ਸਿੱਖੀ ਤੁਸੀਂ ਫੈਲਣ ਨਹੀਂ ਦੇਣੀ। ਬਾਬਾ ਜੀ ਹੁਣ ਪੰਡਤਾਂ ਨੇ ਅੰਮ੍ਰਿਤ ਛਕ ਲਿਆ, ਤੁਸੀਂ ਪੰਡਤਾਂ ਨੂੰ ਭਈਏ ਸਮਝਦੇ ਆ, ਠੀਕ ਹੈ। ਆਪਣੇ ਅੰਦਰ ਝਾਤ ਮਾਰੋ, ਤੁਸੀਂ ਹੈ ਕੌਣ ਆ।
ਤੁਹਾਡੀ ਔਕਾਤ ਕੀ ਆ, ਸਮਝੇ ਕਿ ਨਹੀਂ? ਤੁਸੀਂ ਪੰਥ ਦਾ ਕਾਣ ਕਿੱਦਾਂ ਕੀਤਾ ਹੈ? ਤੁਸੀਂ ਬ੍ਰੈਡ ਪਕੌੜੇ ਕਥਾ ਹੀ ਸੁਣਾ ਝੂਠੀਆਂ ਕਥਾ ਸੁਣਾ ਤੁਸੀਂ ਕੌਮ ਦਾ ਬੇੜਾ ਗਰਕ ਕਰ ਦਿੱਤਾ। ਪੰਡਤ ਜੀ ਦੀ ਕਥਾ ਜਿਹੜੀ ਹੋਏਗੀ ਗੁਰਬਾਣੀ 'ਤੇ ਹੋਏਗੀ ਔਰ ਫੈਕਟ 'ਤੇ ਹੋਏਗੀ। ਗੁਰਬਾਣੀ ਇਜ਼ ਏ ਫੈਕਟ ਨਾਟ ਏ ਫੇਥ। ਧਿਆਨ ਨਾਲ ਕੰਨ ਖੋਲ੍ਹ ਕੇ ਸੁਣ ਲਓ ਸਾਰੇ। ਗੁਰਬਾਣੀ ਇਜ਼ ਏ ਫੈਕਟ, ਸੱਚਾਈ ਹੈ ਇਹ। ਗੁਰਬਾਣੀ ਇਜ਼ ਏ ਫੈਕਟ ਨਾਟ ਫੇਥ। ਇਹ 'ਤੇ ਵਿਸ਼ਵਾਸ ਨਹੀਂ ਕਰਨਾ। ਐਂਡ ਨਾਟ ਏ ਕੰਸੈਪਟ, ਨਾ ਕੋਈ ਇਹ ਵਿਚਾਰ ਹੈ। ਜਦੋਂ ਤੁਸੀਂ ਕਰੋਗੇ ਪੈਰਾਸੀਟਾਮੋਲ ਖਾਓਗੇ ਤਾਂ ਬੁਖਾਰ ਉਤਰਨਾ ਹੀ ਉਤਰਨਾ ਆ। ਤੁਹਾਡੀ ਗੱਲ ਸਮਝ ਕਿਉਂ ਨਹੀਂ ਆਉਂਦੀ ਆ? ਡਾਕਟਰ ਕੋਲ ਜਿੰਨਾ ਮਰਜ਼ੀ ਭੱਜੀ ਜਾਓ, ਡਾਕਟਰ 'ਚ ਸ਼ਕਤੀ ਨਹੀਂ ਆ, ਸ਼ਕਤੀ ਪੈਰਾਸੀਟਾਮੋਲ 'ਚ ਆ, ਸ਼ਕਤੀ ਗੁਰਬਾਣੀ 'ਚ ਆ। ਇਹ ਅੰਦਰ ਤੁਸੀਂ ਵੜਨ ਨਹੀਂ ਦੇਣੀ। ਮੂੰਹ ਨਾਲ ਹੀ ਫੋਕੇ ਫੇਰ ਮਾਰੀ ਜਾਣੇ, ਹਵਾ ਦੇ ਵਿੱਚ ਹੀ ਡਾਈ ਜਾਂਦੇ। ਕਾਸ਼ 'ਚ ਤੀਰ ਚਲਾਣ ਡੇ ਆ ਤੁਸੀਂ ਸਾਰੇ। ਤੁਹਾਨੂੰ ਕਿਹਾ ਮਨ 'ਚ ਸਿਮਰਨ ਕਰੋ, ਸਰੀਰ ਚੁੰਬਕ ਬਣੇਗਾ। ਨਾਨਕ ਸਾਹਿਬ ਜਿਹੜੇ ਸੀ ਮਨ 'ਚ ਸਿਮਰਨ ਕਰਦੇ ਸੀ, ਮਨ 'ਚ ਸਿਮਰਨ। ਤੁਸੀਂ ਜਦ ਨਹੀਂ ਸਮਝਣੀ ਗੱਲ ਤਾਂ ਨਾ ਸਮਝੋ। ਮਾਰੀ ਉਹ ਫੋਕੇ ਫੇਰ ਹਵਾ 'ਚ ਕਾਸ਼ ਦੇ ਵਿੱਚ ਤੁਸੀਂ ਤੀਰ ਮਾਰਨ ਦੇ ਹੋ ਅਤੇ ਬਵੇ ਉਹ ਕਿੱਥੇ ਜਾਣੇ ਆ? ਜਿਹੜਾ ਤੀਰ ਆਕਾਸ਼ 'ਚ ਮਾਰੋਗੇ ਛੱਡੋਗੇ, ਜਿਹੜੇ ਤੁਸੀਂ ਅੱਜ ਤੱਕ 300 ਸਾਲ ਤੋਂ ਉੱਤੇ ਹੋ ਗਿਆ ਜਿਹੜੇ ਛੱਡਣ ਡੇ ਆ ਤੁਸੀਂ ਰਲ ਕੇ, ਉਹ ਆਕਾਸ਼ 'ਚ ਜਾਂਦੇ। ਆਕਾਸ਼ ਵਾਲਾ ਤੀਰ ਕਿੱਥੇ ਜਾਏਗਾ? ਮੁੜ ਕੇ ਤੁਹਾਡੇ ਲੱਗਣਾ ਆ ਕੇ, ਮੁੜ ਕੇ ਥੱਲੇ ਹੀ ਆਣਾ ਉਹ। ਇਸ ਕਰਕੇ ਨਿਸ਼ਾਨੇ ਦੇ ਜਿਹੜਾ ਤੀਰ ਜਿਹੜਾ ਨਿਸ਼ਾਨੇ ਦੇ ਮਾਰੇ, ਉਹ ਨਿਸ਼ਾਨਾ ਇਹ ਆ ਬੀਓਂ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਜਿਨ੍ਹਾਂ ਨੇ ਬੀਜ ਬੀਜਿਆ ਸੀ ਉਹ ਨਾਮ ਖੱਟ ਗਏ, ਉਹਨਾਂ ਦੀ ਸ਼ੋਭਾ ਹੋ ਗਈ ਸਾਰੇ ਜਗਤ 'ਚ। ਪਰ ਤੁਸੀਂ ਦਾਲਾਂ ਬੀਜਦੇ ਰਹੇ, ਦਾਲਾਂ ਉੱਗੀਆਂ ਨਹੀਂ ਕਦੇ, ਨਾ ਹੀ ਅੱਜ ਤੱਕ ਉੱਗਣੀਆਂ। ਕਿਣਕਾ ਇੱਕ ਜਿਸ ਜੀ ਵਸਾਵੈ, ਜੇ ਕਿਣਕਾ ਪੈ ਜੇ ਨਾ ਇੱਕ ਕਿਣਕਾ ਜਿਹੜੇ ਨਾਮ ਦਾ ਕਿਣਕਾ ਆ, ਇੱਕ ਓਂਕਾਰ ਸਤਿਨਾਮ ਦਾ ਕਿਣਕਾ ਹੈ, ਜਿਹੜੀ ਗੁਰਬਾਣੀ ਗੁਰੂ ਸਾਹਿਬਾਨ ਦੀ ਫਿਲੋਸਫੀ ਦਾ ਕਿਣਕਾ, ਇੱਕ ਕਿਣਕਾ ਜੀਰੇ ਦਾ ਕਰੋੜਵਾਂ ਭਾਗ। ਇੱਕ ਕਿਣਕਾ ਜੇ ਅੰਦਰ ਵੜ ਜੇ ਨਾ, ਕਿਣਕਾ ਇੱਕ ਜਿਸ ਜੀ ਵਸਾਵੈ, ਜਿਸ ਜੀ ਦੇ ਵਿੱਚ ਵਸ ਜੇ। ਕਿਣਕਾ ਕਹਿਣ ਦੇ ਜਰਰਾ, ਤਾਂ ਕਿ ਮਹਿਮਾ ਗਣੀ ਨਾ ਆਵੇ। ਅਤੇ ਉਹਦੀ ਜਿਹੜੀ ਮਹਿਮਾ ਵਡਿਆਈ ਸ਼ੋਭਾ ਜਿਹੜੀ ਆ ਉਹ ਗਿਣਤੀ 'ਚ ਨਹੀਂ ਆਉਂਦੇ। ਲੋਕੀ ਦੱਸਦੇ ਆ ਕਿ ਇਹਦਾ ਨਾਂ ਨਾਨਕ ਹੈ, ਇਹ ਨਾਨਕ ਹੈ, ਇਹ ਸਤਿਗੁਰ ਨਾਨਕ ਹੈ। ਭਾਈ ਗੁਰਦਾਸ ਨੂੰ ਕਹਿਣਾ ਪੈ ਗਿਆ ਸਤਿਗੁਰ ਨਾਨਕ ਪ੍ਰਗਟਿਆ। ਜ਼ਬਰਦਸਤੀ ਉਹਨਾਂ ਨੂੰ ਕਹਿਣਾ ਪੈ ਗਿਆ, ਕਿਉਂਕਿ ਨਾਨਕ ਸਾਹਿਬ ਦੇ ਕੰਮ ਇੱਦਾਂ ਦੇ ਹੀ। ਭਾਈ ਗੁਰਦਾਸ ਨੂੰ ਕਹਿਣਾ ਪੈ ਗਿਆ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ। ਅੱਗੇ ਹੋਰ ਵੀ ਹੈਗਾ, ਹੁਣ ਤੁਸੀਂ ਸੁਣ ਲੈ ਕਰੋ ਗੱਲ ਸਾਰੀ, ਤੁਹਾਨੂੰ ਗੱਲ ਸਮਝ ਤਾਂ ਆਣੀ ਨਹੀਂ। ਜਦ ਤੱਕ ਤੁਸੀਂ ਮਨ 'ਚ ਨਹੀਂ ਵਸਾਉਂਦੇ ਕੁਛ ਨਹੀਂ ਹੋਣਾ। ਅਗਿਆਨ ਮਤੀ ਅੰਧੇਰ ਹੈ। ਇਹ ਜਿਹੜਾ ਅਗਿਆਨ ਹੈ ਨਾ, ਜਿਹੜਾ ਬੇਸਮਝੀ ਮੂਰਖਤਾ ਹੈ ਤੁਹਾਡੇ 'ਚ, ਮੇਰੇ 'ਚ ਵੀ ਬੇਸਮਝ, ਅਸੀਂ ਬੇਸਮਝ ਤਾਂ ਹੈਗੇ ਆ। ਇਹ ਹਨੇਰਾ ਆ, ਹਨੇਰਾ ਆ, ਇਹਨੇ ਚਾਨਣ ਨਹੀਂ ਹੋਣ ਦੇਣਾ। ਗਿਆਨ ਮਤੀ ਪਛਾਤਾ ਹੈ। ਇਹ ਗਿਆਨ ਦੀ ਮੱਤ ਨਾਲ ਪਛਾਣਿਆ ਜਾਣਾ। ਜਦੋਂ ਗਿਆਨ ਅੰਜਨ ਗੁਰ ਦੀਆ, ਜਦੋਂ ਗਿਆਨ ਦਾ ਅੰਜਨ ਗੁਰੂ ਨੇ ਪਾਣਾ, ਸੁਰਮਾ ਤੁਹਾਡੇ ਕਮਲ ਲੈਣ ਸੁਰਮਾ ਨਹੀਂ, ਗਿਆਨ ਦਾ ਅੰਜਨ। ਅੱਖਾਂ ਇੱਕਦਮ ਖੁੱਲ੍ਹ ਜਾਣੀਆਂ, ਉਹ ਜਿਹੜੀਆਂ ਤੁਹਾਡੇ ਹਾਲੇ ਤੱਕ ਖੁੱਲ੍ਹੀਆਂ ਨਹੀਂ। ਕਿਉਂ ਨਹੀਂ ਖੁੱਲ੍ਹੀਆਂ? ਕਿਉਂਕਿ ਤੁਸੀਂ ਅੰਜਨ ਪਾਣੀ ਨਹੀਂ ਦੇਣ ਦੇ, ਅੱਖਾਂ ਹੀ ਬੰਦ ਕਰਕੇ ਰੱਖੀਆਂ। ਗੁਰੂ ਅੰਜਨ ਪਾਏ ਕਿਤੇ, ਸੁਰਮਾ ਕਿੱਥੇ ਪਾਏ ਤੁਹਾਡੀਆਂ ਅੱਖਾਂ 'ਚ? ਅੱਖਾਂ ਹੀ ਬੰਦ ਕਰ ਲੈਂਦੇ ਆ। ਅੱਖਾਂ ਖੋਲ੍ਹੋ, ਅੱਖਾਂ ਬੰਦ ਕਰੋ, ਅੱਖਾਂ ਬੰਦ ਕਰੋ, ਮੂੰਹ ਬੰਦ ਕਰੋ, ਅੰਦਰੋਂ ਖੁੱਲ੍ਹਣੀਆਂ ਇਹ। ਇਸ ਕਰਕੇ ਪੰਡਤ ਜੀ ਅੱਜ ਇੰਨੀ ਗੱਲ ਹੀ ਕਰਨਗੇ, ਜ਼ਿਆਦਾ ਨਹੀਂ।